मई 2017 ਦੇ ਵਿੱਚ ਸਾਡੀ ਮੈਰਿਜ ਹੋਈ ਔਰ ਮੈਰਿਜ ਦੇ 2-3 ਮੰਥ ਦੇ ਬਾਅਦ ਹੀ ਮੇਰੇ ਉੱਪਰ ਦੁਸ਼ਟ ਆਤਮਾ ਦੇ ਅਟੈਕ ਸ਼ੁਰੂ ਹੋ ਗਏ। ਜਦੋਂ ਦੁਸ਼ਟ ਆਤਮਾ ਨੇ ਮੇਰੇ ਉੱਤੇ ਅਟੈਕ ਕਰਨੇ ਤਾਂ ਮੇਰੀ ਬੋਡੀ ਬਿਲਕੁਲ ਇੱਕ ਪੈਰਾਲਾਈਜ਼ ਪੇਸ਼ੈਂਟ ਦੀ ਤਰ੍ਹਾਂ ਡੈਡ ਜਿਸ ਤਰ੍ਹਾਂ ਹੁੰਦਾ ਹੈ ਉਸ ਤਰ੍ਹਾਂ ਹੋ ਜਾਂਦੀ ਹੁੰਦੀ ਸੀ। ਕੋਈ ਵੀ ਮੈਨੂੰ ਸੁੱਧ ਬੁੱਧ ਨਹੀਂ ਸੀ ਰਹਿੰਦੀ ਹੁੰਦੀ। ਨਵੰਬਰ 2017 ਦੇ ਵਿੱਚ ਜਦ ਮੈਂ ਫਸਟ ਟਾਈਮ ਪ੍ਰੈਗਨੈਂਟ ਹੋਈ ਤਾਂ ਪ੍ਰੈਗਨੈਂਸੀ ਦਾ 4th ਮੰਥ ਚੱਲਦਾ ਪਿਆ ਸੀਗਾ ਔਰ ਦੁਬਾਰਾ ਸੇਮ ਅਟੈਕ ਹੋਇਆ कि जिस तरह मेरे पेट के उपरों दी जोर दी कोई चीज़ लंघ के गई है। और नैक्सट मॉर्निंग जब मैं उठी तो मेरे पेट में बहुत ज़्यादा तकलीफ शुरू हो गई और जब मैं वॉशरूम गई और मैनू ब्लीडिंग शुरू हो गई। जब असीं डॉक्टर दे कोल गए तो मेरा मिसकैरेज हो चुकिया सीगा। ਜਦੋਂ ਸੈਕਿੰਡ ਟਾਈਮ ਵੀ ਮੇਰੇ ਨਾਲ ਸੇਮ ਪ੍ਰੋਸੈਸ ਹੋ ਚੁੱਕਾ ਸੀਗਾ, ਮੈਂ ਮਿਸਕੈਰੇਜ ਹੋ ਚੁੱਕਿਆ ਸੀਗਾ ਮੇਰਾ, ਤਾਂ ਮੈਂ ਕਾਫੀ ਜ਼ਿਆਦਾ ਨਿਰਾਸ਼ ਹੋ ਚੁੱਕੀ ਸੀ, ਬਿਲਕੁਲ ਹੀ ਅੰਦਰੋਂ ਟੁੱਟ ਚੁੱਕੀ ਸੀਗੀ। ਇਸੇ ਤਰ੍ਹਾਂ ਹੀ ਅਸੀਂ ਆਪਣੀ ਪ੍ਰੋਬਲਮ ਨੂੰ ਦੇਖਦੇ ਹੋਏ ਡਾਕਟਰ ਚੇਂਜ ਕਰਦੇ ਜਾ ਰਹੇ ਸੀਗੇ। ਬੇਬੀ ਨਾ ਹੋਣ ਦੇ ਕਰਕੇ ਮੈਂ ਬਹੁਤ ਜ਼ਿਆਦਾ ਸਟ੍ਰੈਸ ਵਿੱਚ ਚਲੀ ਗਈ ਸੀਗੀ ਔਰ ਮੇਰੇ ਚੈਸਟ ਵਿੱਚ ਪੇਨ ਰਹਿਣ ਲੱਗ ਪਈ ਸੀ। ਮੈਨੂੰ ਇੱਦਾਂ ਹੁੰਦਾ ਸੀਗਾ ਕਿ ਜਿਸ ਤਰ੍ਹਾਂ ਮੈਂ ਮਰ ਜਾਣਾ ਆ। और मेरे रिलेटिव्स फ्रेंड सीगे और जिन्होंने कोई मैनू गिफ्ट विच खिलौना दिता सीगा और वो चीज़ ते मैं इन्ना ज़्यादा कॉन्सनट्रेट करन लग पई कि वो चीज़ मेरे ते हावी होण लग पई और मैं उस चीज़ दे नाल खेडना शुरू कर दिता खिलौणिਆਂ दे नाल। जदों साडी इस तरह की कंडीशन नूं देखदे होए साडे रिलेटिव्स ने सानू खामड़ा चर्च आउंदे हुंदे सीगे और उन्होंने सानू दस्सिया कि तुसीं खामड़ा चर्च जाओ और तुसीं जरूर ब्लैस होगे कि बहुत सारे लोगों को उत्थों आशीषां मिलदियां और तुसीं भी आशीष नूं पाओगे। और उस तो बाद 10 जुलाई 2022 नूं जद असीं चर्च विच आए तां पास्टर सोनिया यूसुफ नूरुल्ला जी ने साडे उत्ते ले हैंड कीता मेरे और मेरे हसबैंड दे उत्ते। और 23 अप्रैल 2023 नूं मैनूं परमेश्वर ने एक सुंदर जी बेटी दे नाल ब्लैस कीता। परमेश्वर ने मेरी 6 सालां दी शर्मिंदगी नूं खत्म कीता। सारिਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਮੁਸਕਾਨ ਹੈ ਔਰ ਇਹ ਮੇਰੇ ਹਸਬੈਂਡ ਨੇ, ਇਹਨਾਂ ਦਾ ਨਾਮ ਰਿੰਕੂ ਮਸੀਹ ਆ। ਅਸੀਂ ਗੁਰਦਾਸਪੁਰ ਦੇ ਰਹਿਣ ਵਾਲੇ ਹਾਂ ਔਰ ਅੱਜ ਅਸੀਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਨੂੰ ਦੇਣ ਜਾ ਰਹੇ ਹਾਂ। ਮਈ 2017 ਦੇ ਵਿੱਚ ਸਾਡੀ ਮੈਰਿਜ ਹੋਈ ਔਰ ਮੈਰਿਜ ਦੇ 2-3 ਮੰਥ ਦੇ ਬਾਅਦ ਹੀ ਮੇਰੇ ਉੱਪਰ ਦੁਸ਼ਟ ਆਤਮਾ ਦੇ ਅਟੈਕ ਸ਼ੁਰੂ ਹੋ ਗਏ। ਸਭ ਤੋਂ ਪਹਿਲਾਂ ਜਦੋਂ ਦੁਸ਼ਟ ਆਤਮਾ ਨੇ ਮੇਰੇ ਉੱਤੇ ਅਟੈਕ ਕਰਨੇ ਸ਼ੁਰੂ ਕੀਤੇ ਤਾਂ ਸੁਪਨਿਆਂ ਦੇ ਰਾਹੀਂ ਦੁਸ਼ਟ ਆਤਮਾ ਨੇ ਮੇਰੇ ਉੱਤੇ ਅਟੈਕ ਕਰਨੇ ਸ਼ੁਰੂ ਕੀਤੇ। ਮੈਨੂੰ ਸੁੱਤੀ ਪਈ ਨੂੰ 12-1 ਵਜੇ ਦਾ ਟਾਈਮ ਹੁੰਦਾ ਸੀ ਔਰ ਮੈਨੂੰ ਸੁੱਤੀ ਪਈ ਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਸੀਗਾ ਕਿ ਜਿਸ ਤਰ੍ਹਾਂ ਕੋਈ ਮੇਰੇ ਕੋਲ ਖੜਾ ਆ, ਕੋਈ ਚੀਜ਼ ਮੇਰੇ ਉੱਪਰੋਂ ਗੁਜ਼ਰ ਕੇ ਗਈ ਆ। ਜਦੋਂ ਦੁਸ਼ਟ ਆਤਮਾ ਨੇ ਮੇਰੇ ਉੱਤੇ ਅਟੈਕ ਕਰਨੇ ਤਾਂ ਮੇਰੀ ਬੋਡੀ ਬਿਲਕੁਲ ਇੱਕ ਪੈਰਾਲਾਈਜ਼ ਪੇਸ਼ੈਂਟ ਦੀ ਤਰ੍ਹਾਂ ਡੈਡ ਜਿਸ ਤਰ੍ਹਾਂ ਹੁੰਦਾ ਹੈ ਉਸ ਤਰ੍ਹਾਂ ਹੋ ਜਾਂਦੀ ਹੁੰਦੀ ਸੀ। ਕੋਈ ਵੀ ਮੈਨੂੰ ਸੁੱਧ ਬੁੱਧ ਨਹੀਂ ਸੀ ਰਹਿੰਦੀ ਹੁੰਦੀ। ਇਸ ਤਰ੍ਹਾਂ ਹੀ ਮੇਰੇ ਤੇ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਰਹੇ। ਆਫਟਰ ਮੈਰਿਜ ਅਸੀਂ ਕੁਝ ਮੰਥ ਬਾਅਦ ਅਸੀਂ ਸੋਚਿਆ, ਬੇਬੀ ਪਲੈਨਿੰਗ ਦੀ ਸੋਚੀ ਔਰ ਨਵੰਬਰ 2017 ਦੇ ਵਿੱਚ ਜਦ ਮੈਂ ਫਸਟ ਟਾਈਮ ਪ੍ਰੈਗਨੈਂਟ ਹੋਈ ਤਾਂ ਪ੍ਰੈਗਨੈਂਸੀ ਦਾ 4th ਮੰਥ ਚੱਲਦਾ ਪਿਆ ਸੀਗਾ ਔਰ ਮੇਰੇ ਤੇ ਸੇਮ ਅਟੈਕ ਹੋਏ, ਦੁਬਾਰਾ ਸੇਮ ਅਟੈਕ ਹੋਇਆ ਕਿ ਜਿਸ ਤਰ੍ਹਾਂ ਮੇਰੇ ਪੇਟ ਦੇ ਉੱਪਰੋਂ ਦੀ ਜ਼ੋਰ ਦੀ ਕੋਈ ਚੀਜ਼ ਲੰਘ ਕੇ ਗਈ ਹੈ। ਔਰ ਨੈਕਸਟ ਮॉर्निंग ਜਦ ਮੈਂ ਉੱਠੀ ਤਾਂ ਮੇਰੇ ਪੇਟ ਵਿੱਚ ਬਹੁਤ ਜ਼ਿਆਦਾ ਤਕਲੀਫ ਸ਼ੁਰੂ ਹੋ ਗਈ ਔਰ ਜਦ ਮੈਂ ਵਾਸ਼ਰੂਮ ਗਈ ਔਰ ਮੈਨੂੰ ਬਲੀਡਿੰਗ ਸ਼ੁਰੂ ਹੋ ਗਈ। ਜਦ ਅਸੀਂ ਡਾਕਟਰ ਦੇ ਕੋਲ ਗਏ ਤਾਂ ਮੇਰਾ ਮਿਸਕੈਰੇਜ ਹੋ ਚੁੱਕਿਆ ਸੀਗਾ। ਉਸ ਤੋਂ ਬਾਅਦ ਮੈਂ ਕਾਫੀ ਜ਼ਿਆਦਾ ਸਟ੍ਰੈਸ ਦੇ ਵਿੱਚ ਰਹਿਣ ਲੱਗ ਪਈ ਔਰ ਮੈਂ ਬੇਬੀ ਆਉਣ ਤੋਂ ਪਹਿਲਾਂ ਮੈਂ ਕਾਫੀ ਜ਼ਿਆਦਾ ਬੇਬੀਜ਼ ਦੀਆਂ ਪਿਕਸ ਲਿਆ ਕੇ ਰੱਖੀਆਂ ਹੋਈਆਂ ਸੀਗੀਆਂ ਔਰ ਜਦ ਇਸ ਤਰ੍ਹਾਂ ਸਭ ਕੁਝ ਖਤਮ ਡਿਸਟਰੋਏ ਹੋ ਗਿਆ ਤਾਂ ਮੈਂ ਬਹੁਤ ਜ਼ਿਆਦਾ ਨਿਰਾਸ਼ ਹੋ ਗਈ। ਮੈਂ ਗੁੱਸੇ ਦੇ ਵਿੱਚ ਆ ਕੇ ਮੈਂ ਸਭ ਕੁਝ ਫਾੜ ਕੇ ਸੁੱਟ ਦਿੱਤਾ ਔਰ ਮੇਰੇ ਹਸਬੈਂਡ ਨੇ ਰੋਕਿਆ, ਤੂੰ ਇਸ ਤਰ੍ਹਾਂ ਕਿਉਂ ਕਰਨ ਦੀ ਹੈ? ਮੈਂ ਕਿਹਾ ਕਿ ਜਦ ਆਪਣੇ ਕੋਲ ਕੁਝ ਰਿਹਾ ਹੀ ਨਹੀਂ ਹੈ ਤੇ ਅਸੀਂ ਕਰਨਾ ਵੀ ਕੀ ਹੈ ਰੱਖ ਕੇ। और मैं हर वक्त मैं रोंदी रहंदी हुंदी सीगी। जब मैं दोबारा थोड़ा स्टेबल होना शुरू हुई अपनी लाइफ दे विच अगे वधन दी सोची तो मैनू फिजिकली काफ़ी ज़्यादा दिक्कत शुरू हो गई आनियाँ। जिस तरह मेरे पीरियड्स इरेगुलर हो गए सीगे, जिस तरह मेरे लीवर की प्रॉब्लम शुरू हो गई और इस दे नाल ही असी अगे बेबी लई प्लान करनी दोबारा शुरू की और मैनू बेबी कंसीव नहीं सी हो रहा। और फिर थोड़े टाइम बाद असी दोनों ने ये सलाह की कि असी एक बार डॉक्टर नूं दिखा लैंदे आ और फिर असी अमृतसर दे एक गायनी डॉक्टर दे कोल गए और उन्होंने साडे कुछ ब्लड टेस्ट किए। उन्होंने सुजैसट किया कि तुसी अल्ट्रासाउंड करवाओ
जब ਅਸੀਂ ਅਲਟਰਾਸਾਊਂਡ ਕਰਵਾਈ ਤਾਂ ਡਾਕਟਰ ਨੇ ਸਾਨੂੰ ਦੱਸਿਆ ਕਿ ਤੁਹਾਡੇ ਬੋਥ ਓਵਰੀਜ਼ ਦੇ ਵਿੱਚ ਮਲਟੀਪਲ ਪਾਣੀ ਵਾਲੀਆਂ ਰਸੌਲੀਆਂ ਨੇ। ਡਾਕਟਰ ਨੇ ਸਾਨੂੰ ਦੱਸਿਆ ਕਿ ਬੋਥ ਓਵਰੀਜ਼ ਵਿੱਚ ਰਸੌਲੀਆਂ ਹੋਣ ਦੇ ਕਾਰਨ ਹੀ ਤੁਹਾਨੂੰ ਪ੍ਰੋਬਲਮ ਆਉਂਦੀ ਪਈ ਹੈ ਬੇਬੀ ਕਨਸੀਵ ਕਰਨ ਦੇ ਵਿੱਚ। और इस दे लई उन्होंने बोलिया कि तुसी मेडिसिन खाओ और ठीक हो जाओगे। उस तो बाद मैं मार्च 2020 ਦੇ ਵਿੱਚ दोबारा ਪ੍ਰੈਗਨੈਂਟ ਹੋਈ और ਪ੍ਰੈਗਨੈਂਸੀ ਦਾ ਮੈਨੂੰ ਫਸਟ ਹੀ ਮੰਥ ਹਾਲੇ ਸ਼ੁਰੂ ਹੋਇਆ ਸੀਗਾ और जब मैं सुत्ती पई सीगी ਤਾਂ मेरे ऊपर दोबारा सेम अटैक होए जो पिछली बार होए सीगे। ਮੈਨੂੰ इस तरह लगा कि कोई चीज़ मेरे पेट ਦੇ ਉੱਪਰੋਂ ਦੀ गुजर के गई है। उस चीज़ ने ਮੈਨੂੰ काफ़ी ज़्यादा टेंशन ਵਿੱਚ पा ਦਿੱਤਾ ਸੀਗਾ। मैं बिल्कुल घबरा गई ਸੀਗੀ कि पिछले बार भी मेरे नाल इस तरह ही हो चुका सीगा। नैक्सट डे मेरे पेट विच दर्द हुई और मैं वॉशरूम गई और मेरा मिसकैरेज हो चुकिया सीगा और उस चीज़ की मैं पिक खिंची और असी डॉक्टर दे कोल गए और वो चीज़ असी डॉक्टर नूं दिखाई तो डॉक्टर ने कहा कि तुहाडा मिसकैरेज हो चुकिया आ। ਜਦੋਂ सैकेंड टाइम भी मेरे नाल सेम प्रोसैस हो चुका सीगा, मैं मिसकैरेज हो चुकिया सीगा मेरा, तो मैं काफ़ी ज़्यादा निराश हो चुकी सी, बिल्कुल ही अंदरों टुट चुकी सीगी। इसी तरह ही असी अपनी प्रॉब्लम नूं देखते हुए डॉक्टर चेंज करते जा रहे सीगे। जब असी इस तरह एक डॉक्टर दे कोल गए तो उन्होंने साडी प्रॉब्लम सुनी और उन्होंने कहा कि इस चीज़ का एक हल हैगा कि तुसी ऑपरेट करवा लवो, पर उहदी भी असी गारंटी नहीं दिंदे हैगे कि ये चीज़ दोबारा तुहानूं ना होवे, कि उहदे विच ये सीगा कि ऑपरेट तो 3 मंथ बाद असी प्रैगनेंसी प्लान कर सकते सीगे। कोई उहदा पक्का रिजल्ट नहीं सीगा दसदे हैगे कि तुहानूं प्रैगनेंसी हो सकती है कि नहीं हो सकती। बेबी ना होने दे करके मैं बहुत ज़्यादा स्ट्रैस विच चली गई सीगी और मेरे चैसट विच पेन रहन लग पई सी। मैनूं इदां हुंदा सीगा कि जिस तरह मैं मर जाना आ, मैं कल्ली ही होना घर दे विच और मैं यही चीज़ लैके सोचती रहना कि शायद मैं इदां ही मर जाना है कि मेरे जीवन दे विच लिखिया ही नहीं है कि मैं माँ बन पाना है कदी। और जब इन्होंने ड्यूटी तो आना इन्होंने मैनू पूछना कि तेरी अखां सुजिया हुई हैं तू रो के हटी है, मैं इन्होंने कहना नहीं मैं नहीं रोई हैगी, क्योंकि मैं घर विच कल्ली रहिंदी हुंदी सीगी और मेरे रिलेटिव्स फ्रेंड सीगे और जिन्होंने कोई मैनू गिफ्ट विच खिलौना दिता सीगा और वो चीज़ ते मैं इन्ना ज़्यादा कॉन्सनट्रेट करन लग पई कि वो चीज़ मेरे ते हावी होने लग पई और मैं उस चीज़ दे नाल खेडना शुरू कर दिता खिलौणिਆਂ दे नाल। मैनूं इदां लगदा हुंदा सीगा कि ओही मेरा बेबी आ, मैं ओहदे नाम रखने, ओहदे नाल खेलना, डैडी नाल खेलना। इन्नी ज़्यादा मैं शर्मिंदगी विच सी ना कि मैं हर एक फंक्शन ते जाना बंद कर दिता सीगा। जे छुट्टी वाले दिन मेरे हसबैंड ने मैनू लैके जाना बाहर घुमाउण कि चलो असी चलते हैं किते, उत्थे जाके मैं किसी दे बेबी देखने और मैं मेरा मूड ऑफ हो जाना और मैं इन्होंने कहना नहीं मैं किते नहीं जाना हैगा, मैनू घर लैके चलो तुसी। दोबारा घर आना, मैं खाना बनाना, इदां ही मैं सो जाना लड़ झगड़ के, अपने आप नूं मैं अंदर बंद कर लेना और इन्होंने लागो किसी नूं आवाज़ देनी कि मेरी वाइफ ने इदां कर लिया और उन्होंने बाहर कड्डो कि कुछ कर ना लवे। इस स्ट्रेस दे करके मैं काफ़ी बार सुसाइड करने की भी कोशिश की। जिन्नी भी मेडिसिन घर विच हुंदी सीगी ना बिना सोचे समझे मैं खा जाती हुंदी सी और वो मेडिसिन खा के मैं किन्ने किन्ने टाइम बेहोश पई रहना। एक बार जदों साडी फैमिली आई तो मैं उन्हां दे नाल भी मिसबिहेव करना शुरू कर दिता। कोई भी मैनूं समझदा नहीं सी हुंदा कि मेरे दिल ते की बीतदी है और किसी ने मेरी सिचुएशन नूं नहीं समझिया और मैनूं कल्ले छड्ड के चले जांदे हुंदे सीगे और मैं कल्ली बैठी ने कंधा वाले देखती रहना और रोंदी रहना। अपने जदों मेरे हसबैंड ने चले जाना जॉब ते और मैं अंदर वड़ के उच्ची उच्ची रोना, क्यों नहीं मेरे घर बेबी हुंदा हैगा कि मेरा भी दिल करदा मैं खेडा। मैनूं इन्ना बच्चों नाल प्यार हुंदा सीगा ना, पर मैं किसी दे बच्चे नूं कदी नहीं सी फिर चुक्या हैगा कि मैं डरदी हुंदी सी कि मैनूं कोई कुछ कह ना दवे। इस तरह मैं इन्ना ज़्यादा डिप्रैशन दे विच चली गई सीगी कि बिल्कुल ही पागलों वांगू हरकतां करनियां। जो खिलौने मेरे कोल हुंदे सी मैं उन्हां दे नाल खेलना और मैं कहना नहीं यही मेरा बच्चा आ। इन्होंने एक दिन चुक के वो भी सुट दिता और मैं काफ़ी निराश हो गई कि तू इनू क्यों सुट दिता है, मैं किहदे नाल खेला। मैं इन्होंने कहा तुसीं मैनूं छड्ड दवो, इत्थों तक मैं ये कहना शुरू कर तुसीं सैकेंड मैरिज कर लो, तुसीं मैनूं छड्ड दो, तुहानूं कुछ नहीं मिलना मेरे कोलों, मैं तुहाडे काबिल नहीं आ कि मैं तुहानूं बच्चा नहीं दे सकदी। इन्होंने कहा नहीं मैं तेनू नहीं छड्ड सकदा हैगा,
ਫਿਰ ਮੈਂ ਇਹਨਾਂ ਨੂੰ ਕਿਹਾ ਤੁਸੀਂ ਮੈਨੂੰ ਬੇਬੀ ਲਿਆ ਦਿਓ ਕਿਤੇ ਵੀ। ਮੇਰੀਆਂ ਹਰਕਤਾਂ ਬਿਲਕੁਲ ਪਾਗਲਾਂ ਵਾਂਗੂ ਹੁੰਦੀਆਂ ਸੀਗੀਆਂ ਕਿ ਮੈਂ ਬਿਨਾਂ ਸੋਚੇ ਸਮਝੇ ਬੋਲੀ ਜਾਣਾ। ਜ਼ਿਆਦਾ ਗੁੱਸੇ ਵਿੱਚ ਆ ਕੇ ਮੇਰੇ ਹੱਥ ਵਿੱਚ ਜਿਹੜੀ ਵੀ ਚੀਜ਼ ਆਣੀ ਮੈਂ ਇਹਨਾਂ ਦੇ ਮਾਰ ਦੇਣੀ। ਇਸੇ ਤਰ੍ਹਾਂ ਜਦੋਂ ਮੈਂ ਇਹ ਘਰ ਵਿੱਚ ਰਹਿੰਦੇ ਸੀਗੇ ਟੈਨਸ਼ਨ ਵਿੱਚ, ਤੇ ਇਹਨਾਂ ਨੇ ਮੈਨੂੰ ਫੋਨ ਕਰ ਦੇਣਾ ਘਰੋਂ ਹੀ ਕਿ ਮੈਨੂੰ ਇਦਾਂ ਹੁੰਦਾ ਤੇ ਮੈਂ ਹਰਦਮ ਟੈਨਸ਼ਨ 'ਚ ਹੀ ਰਹਿਣਾ ਸੀਗਾ। ਤੇ ਮੇਰੇ ਮਨ 'ਚ ਇੱਕੋ ਹੀ ਫਿਕਰ ਲੱਗੀ ਰਹਿੰਦੀ ਸੀ ਕਿ ਮੈਂ ਇਹਨਾਂ ਇਹ ਕੁਝ ਕਰ ਨਾ ਲੈਣ। ਜਦੋਂ ਸਾਡੀ ਇਸ ਤਰ੍ਹਾਂ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਸਾਡੇ ਰਿਲੇਟਿਵਸ ਨੇ ਸਾਨੂੰ ਖਾਮੜਾ ਚਰਚ ਹੁੰਦੇ ਸੀਗੇ ਔਰ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਖਾਮੜਾ ਚਰਚ ਜਾਓ ਔਰ ਤੁਸੀਂ ਜ਼ਰੂਰ ਬਲੈਸ ਹੋਗੇ, ਕਿ ਬਹੁਤ ਸਾਰੇ ਲੋਕਾਂ ਨੂੰ ਉੱਥੋਂ ਆਸ਼ੀਸ਼ਾਂ ਮਿਲਦੀਆਂ ਔਰ ਤੁਸੀਂ ਵੀ ਆਸ਼ੀਸ਼ ਨੂੰ ਪਾਓਗੇ। ਔਰ ਆਨਲਾਈਨ ਉਹਨਾਂ ਨੇ ਸਾਨੂੰ ਦੱਸਿਆ ਔਰ ਅਸੀਂ ਆਨਲਾਈਨ ਸ਼ੁਰੂ ਕੀਤਾ ਅਸੀਂ ਦੇਖਣਾ ਔਰ ਪ੍ਰਚਾਰ ਸੁਣਨਾ। ਔਰ ਪ੍ਰਚਾਰ ਸੁਣਨ ਦੇ ਨਾਲ ਸਾਨੂੰ ਵਿਸ਼ਵਾਸ ਹੋਇਆ ਜਦ ਅਸੀਂ ਗਵਾਹੀਆਂ ਦੇਖਣੀਆਂ ਔਰ ਇੱਕ ਆਸ ਜਾਗੀ ਕਿ ਸਾਡੇ ਜੀਵਨ ਦੇ ਵਿੱਚ ਵੀ ਇਸ ਤਰ੍ਹਾਂ ਹੋ ਸਕਦਾ ਆ ਕਿ ਜੇਕਰ ਇੰਨੇ ਸਾਲਾਂ ਤੋਂ ਜਿਨ੍ਹਾਂ ਦੇ ਬੇਬੀ ਨਹੀਂ ਆ ਉਹਨਾਂ ਨੂੰ ਪਰਮੇਸ਼ਰ ਦੇ ਸਕਦਾ ਆ ਤੇ ਫਿਰ ਮੈਨੂੰ ਕਿਉਂ ਨਹੀਂ ਦੇ ਸਕਦਾ, ਮੈਨੂੰ ਵੀ ਦੇ ਸਕਦਾ ਆ। ਇਸੇ ਤਰ੍ਹਾਂ ਅਸੀਂ ਲਗਾਤਾਰ ਚਰਚ ਆਉਂਦੇ ਰਹੇ, ਵਿਸ਼ਵਾਸ ਵਿੱਚ ਬਣੇ ਰਹੇ ਔਰ ਮੈਂ ਔਰ ਮੇਰੇ ਹਸਬੈਂਡ ਨੇ ਆਨਲਾਈਨ ਲੇ ਹੈਂਡ ਲਈ ਅਸੀਂ ਫਾਰਮ ਫਿਲ ਕੀਤਾ। ਔਰ ਉਸ ਤੋਂ ਬਾਅਦ 10 ਜੁਲਾਈ 2022 ਨੂੰ ਜਦ ਅਸੀਂ ਚਰਚ ਵਿੱਚ ਆਏ ਤਾਂ ਪਾਸਟਰ ਸੋਨੀਆ ਯੂਸਫ ਨੂਰੁੱਲਾ ਜੀ ਨੇ ਸਾਡੇ ਉੱਤੇ ਲੇ ਹੈਂਡ ਕੀਤਾ, ਮੇਰੇ ਔਰ ਮੇਰੇ ਹਸਬੈਂਡ ਦੇ ਉੱਤੇ। तेरे पीछे चले और शक ना करे, तेरे पीछे चले। ਜਦੋਂ ਪਰਮੇਸ਼ਰ ਦੀ ਦਾਸੀ ਮੇਰੇ ਨਜ਼ਦੀਕ ਆ ਰਹੇ ਸੀ ਤਾਂ ਮੈਨੂੰ ਉਹਨਾਂ ਦੇ ਵਿੱਚ ਫਾਇਰ ਨਜ਼ਰ ਆਉਂਦੀ ਸੀਗੀ ਔਰ ਉਹਨਾਂ ਨੇ ਜਦ ਮੇਰੇ ਪੇਟ ਦੇ ਉੱਪਰ ਟੱਚ ਕੀਤਾ ਤਾਂ ਮੈਨੂੰ ਇੱਕ ਫਾਇਰ ਮਹਿਸੂਸ ਹੋਈ, ਇੱਕ ਅੱਗ ਮਹਿਸੂਸ ਹੋਈ ਔਰ ਮੈਨੂੰ ਇਸ ਤਰ੍ਹਾਂ ਲੱਗਾ ਕੋਈ ਚੀਜ਼ ਮੈਨੂੰ ਛੱਡ ਕੇ ਗਈ ਹੈ ਔਰ ਮੈਂ ਨੀਚੇ ਗਿਰ ਗਈ। ਉਸ ਲੇ ਹੈਂਡ ਪ੍ਰਾਰਥਨਾ ਤੋਂ ਬਾਅਦ ਦੁਸ਼ਟ ਆਤਮਾ ਦੇ ਅਟੈਕ ਹੋਣੇ ਮੇਰੀ ਬੋਡੀ ਤੋਂ ਖਤਮ ਹੋ ਗਏ ਔਰ ਮੈਂ ਪੂਰੀ ਤਰ੍ਹਾਂ ਡਿਲੀਵਰੈਂਸ ਨੂੰ ਪਾਇਆ ਔਰ ਮੈਂ ਆਨੰਦ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਮੇਰੀ ਲਾਈਫ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਖੁਸ਼ੀਆਂ ਦੇ ਨਾਲ ਭਰ ਗਈ, ਟੋਟਲੀ ਚੇਂਜ ਹੋ ਚੁੱਕੀ ਸੀਗੀ, ਹਰ ਬਿਮਾਰੀ ਤੋਂ ਮੈਂ ਆਜ਼ਾਦ ਹੋ ਚੁੱਕੀ ਸੀਗੀ। ਉਸ ਲੇ ਹੈਂਡ ਪ੍ਰਾਰਥਨਾ ਤੋਂ ਬਾਅਦ ਜਦੋਂ ਮੈਨੂੰ ਪੀਰੀਅਡਸ ਆਏ ਤਾਂ ਬਿਲਕੁਲ ਖੁੱਲ ਕੇ ਆਏ, ਕੋਈ ਵੀ ਦਿੱਕਤ ਨਹੀਂ ਸੀਗੀ। ਫਿਰ ਸਤੰਬਰ 2022 ਨੂੰ ਜਦ ਮੈਂ ਆਪਣਾ ਪ੍ਰੈਗਨੈਂਸੀ ਟੈਸਟ ਕੀਤਾ ਤਾਂ ਮੈਂ ਪ੍ਰੈਗਨੈਂਟ ਸੀਗੀ ਔਰ ਆਫਟਰ ਮੈਰਿਜ ਜਦੋਂ ਮੈਂ ਇੰਨੇ ਟਾਈਮ ਬਾਅਦ ਆਪਣਾ ਪ੍ਰੈਗਨੈਂਸੀ ਟੈਸਟ ਕੀਤਾ ਔਰ 2 ਲਾਈਨਾਂ ਦੇਖਿਆ ਔਰ 2 ਲਾਈਨਾਂ ਦੇਖਣ ਤੋਂ ਬਾਅਦ ਮੇਰੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਸੀਗਾ। ਪ੍ਰੈਗਨੈਂਸੀ ਦੇ ਬਾਅਦ ਜਦੋਂ ਮੇਰੀ ਫਸਟ ਸਕੈਨ ਹੋਈ 3 ਮੰਥ ਦੀ ਤਾਂ ਉਸ ਵਿੱਚ ਓਨਲੀ ਪ੍ਰੈਗਨੈਂਸੀ ਸ਼ੋ ਸੀਗੀ, ਕੋਈ ਵੀ ਰਸੋਲੀਆਂ ਨਹੀਂ ਸੀਗਾ। ਮੇਰੀ ਓਵਰੀਜ਼ ਦੇ ਅੰਦਰ ਸਭ ਕੁਝ ਕਲੀਅਰ ਹੋ ਚੁੱਕਿਆ ਸੀਗਾ, ਰਸੋਲੀਆਂ ਪੂਰੀ ਤਰ੍ਹਾਂ ਗਾਇਬ ਹੋ ਚੁੱਕੀਆਂ ਸੀਗਾ, ਕੋਈ ਵੀ ਦਿੱਕਤ ਨਹੀਂ ਸੀਗੀ ਔਰ ਪਰਮੇਸ਼ਰ ਨੇ ਮੈਨੂੰ ਪੂਰੇ 9 ਮੰਥ ਤੱਕ ਸੰਭਾਲ ਕੇ ਰੱਖਿਆ ਔਰ 23 ਅਪ੍ਰੈਲ 2023 ਨੂੰ ਮੈਨੂੰ ਪਰਮੇਸ਼ਰ ਨੇ ਇੱਕ ਸੁੰਦਰ ਜੀ ਬੇਟੀ ਦੇ ਨਾਲ ਬਲੈਸ ਕੀਤਾ। ਪਰਮੇਸ਼ਰ ਨੇ ਮੇਰੀ 6 ਸਾਲਾਂ ਦੀ ਸ਼ਰਮਿੰਦਗੀ ਨੂੰ ਖਤਮ ਕੀਤਾ ਔਰ ਮੈਨੂੰ ਬੇਟੀ ਦੇ ਨਾਲ ਬਲੈਸ ਕੀਤਾ ਜੋ ਕਿ ਸਾਡੀ ਹਸਬੈਂਡ ਵਾਈਫ ਦੀ ਸ਼ੁਰੂ ਤੋਂ ਹੀ ਹਾਰਟ ਡਿਜ਼ਾਇਰ ਸੀਗੀ ਕਿ ਪਰਮੇਸ਼ਰ ਸਾਨੂੰ ਇੱਕ ਬੇਟੀ ਦੇ ਨਾਲ ਬਲੈਸ ਕਰੇ। ਪਰਮੇਸ਼ਰ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਆਨੰਦ ਭਰ ਦਿੱਤਾ ਕਿ ਜਿੱਥੇ ਮੈਂ ਇੱਕ ਨਕਲੀ ਗੁੱਡਿਆਂ ਦੇ ਨਾਲ, ਨਕਲੀ ਡਾਲਸ ਦੇ ਨਾਲ ਖੇਡਦੀ ਹੁੰਦੀ ਸੀ ਔਰ ਪਰਮੇਸ਼ਰ ਨੇ ਮੈਨੂੰ ਇੱਕ ਬਹੁਤ ਹੀ ਬਿਊਟੀਫੁਲ ਔਰ ਗ੍ਰੇਸਫੁਲੀ ਬੱਚੀ ਦੇ ਨਾਲ ਬਲੈਸ ਕੀਤਾ ਆ। ਜਿਸ ਤਰ੍ਹਾਂ ਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਉਹ ਇੱਕ ਬਾਂਝ ਨੂੰ ਘਰ ਵਿੱਚ ਬੱਚਿਆਂ ਦੀ ਆਨੰਦ ਕਰਨ ਵਾਲੀ ਮਾਤਾ ਬਣਾਉਂਦਾ ਹੈ ਔਰ ਉਸੇ ਤਰ੍ਹਾਂ ਪਰਮੇਸ਼ਰ ਨੇ ਅੱਜ ਮੈਨੂੰ ਪੂਰੇ ਆਨੰਦ ਦਿੱਤਾ ਹੈ ਔਰ ਆਨੰਦ ਕਰਨ ਵਾਲੀ ਮਾਤਾ ਬਣਾਇਆ ਹੈ। ਇਸ ਵੱਡੀ ਆਸ਼ੀਸ਼ ਦੇ ਲਈ ਅਸੀਂ ਪਰਮੇਸ਼ਰ ਦਾ ਪੂਰੇ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਉਹਨਾਂ ਦੇ ਅਭਿਸ਼ੇਕਤ ਦਾਸ ਔਰ ਦਾਸੀ ਜੀ ਦਾ ਵੀ ਪੂਰੇ ਦਿਲ ਤੋਂ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਜੈ ਮਸੀਹ ਦੀ।
हमारे YouTube चैनल को सब्सक्राइब करें ताकि आप परमेश्वर के गहरे वेदों को जान सकें कि कैसे आप परमेश्वर में बढ़ सकते हैं, कैसे आप दुष्ट आत्माओं से, नशों से, बीमारियों से और वंशों के श्रापों से आजाद हो सकते हैं।